ਪੱਤਰਕਾਰ ਰਜਿੰਦਰ ਸਿੰਘ ਤੱਗੜ ਦੇ ਖਿਲਾਫ 4 ਪਰਚੇ ਦਰਜ ਹੁੰਦੇ ਨੇ, ਜਿਹੜਾ ਕਿ ਇੱਕ ਜ਼ਿਰਕਪੁਰ ਥਾਣੇ ਦੇ ਵਿੱਚ 167 ਨੰਬਰ FIR SHO ਸੰਬੰਧਿਤ ਥਾਣੇ ਦਾ ਕੋਰਟ ਦੇ ਵਿੱਚ ਮਾਫੀ ਮੰਗਦਾ ਹੈ। ਇਹ ਗੱਲ ਨੋਟਿਸ 'ਚ ਆਨਰੇਬਲ ਕੋਰਟ ਦੇ ਨਹੀਂ ਲਿਆਈ ਜਾਂਦੀ ਗੱਲ ਵੀ 120B IPC ਦਾ ਵੀ ਵਾਧਾ ਜੁਰਮ ਕਰ ਦਿੱਤਾ ਗਿਆ। ਜੱਜ ਸਾਹਿਬ ਨੇ ਇਹ ਕਲੈਰੀਫਿਕੇਸ਼ਨ ਮੰਗੀ ਸੰਬੰਧਿਤ SHO ਸੀਗੇ ਜਿਹੜੇ ਉਦੋਂ ਜਸਕਵਲ ਸਿੰਘ ਜੀ ਵੀ ਤੁਸੀਂ ਜਦੋਂ ਕੋਰਟ ਨੂੰ ਕਿਉਂ ਨਹੀਂ ਇਨਫੋਰਮ ਕੀਤਾ 20 ਸਤੰਬਰ ਨੂੰ ਵੀ ਜਦੋਂ ਅਸੀਂ 1 ਜੁਲਾਈ 2024 ਨੂੰ ਇਹ ਆਰਡਰ ਪਾਸ ਕਰ ਰਹੇ ਸੀਗੇ ਵੀ ਇੰਟਰਮ ਬੇਲ ਦਾ, ਤਾਂ ਉਦੋਂ 120B ਧਾਰਾ ਵੀ ਐਡ ਹੋ ਚੁੱਕੀ ਹੈ। SHO ਪੇਸ਼ ਹੁੰਦੇ ਆ ਕੋਰਟ ਦੇ ਵਿੱਚ ਉਸ ਸਮੇਂ ਤੁਹਾਡੇ ਸਾਹਮਣੇ ਕੀ ਹੋਇਆ ਕਿ ਜੱਜ ਸਾਹਿਬ ਨੇ ਜਿਹੜਾ ਪੁਲਿਸ ਵਾਲਾ ਸੀ SHO ਸੀ ਉਸਨੇ ਕੀ ਕਿਹਾ? SHO ਸਾਹਿਬ ਨੇ ਆਨਰੇਬਲ ਕੋਰਟ ਦੇ ਵਿੱਚ ਸਮਾਂ ਮੰਗਿਆ ਸੀ ਵੀ ਜੀ ਮੈਂ ਇਹਦੀ ਕਲੈਰੀਫਿਕੇਸ਼ਨ ਦੇ ਦਿੰਦਾ ਅੱਗੇ। ਇਸ ਕੇਸ ਦੇ ਵਿੱਚ ਕਿਉਂਕਿ ਇੱਕ ਗੱਲ ਇਹ ਪਤਾ ਲੱਗ ਰਹੀ ਹੈ ਕਿ SHO ਨੇ ਇਸ ਕੇਸ ਦੇ ਵਿੱਚ ਹੁਣ ਮਾਫੀ ਮੰਗ ਲਈ ਹੈ ਕੋਰਟ ਤੋਂ। ਉਹਨਾਂ ਨੇ ਐਫੀਡੇਵਿਟ ਦੇ ਰੂਪ ਦੇ ਵਿੱਚ ਆਨਰੇਬਲ ਕੋਰਟ ਨੂੰ ਸਰ ਆਪਦਾ ਸਪਸ਼ਟੀਕਰਨ ਦਿੱਤਾ। ਪੱਤਰਕਾਰ ਰਜਿੰਦਰ ਸਿੰਘ ਤੱਗੜ ਦੇ ਖਿਲਾਫ 4 ਪਰਚੇ ਦਰਜ ਹੁੰਦੇ ਨੇ, ਜਿਹੜਾ ਕਿ ਇੱਕ ਜ਼ਿਰਕਪੁਰ ਥਾਣੇ ਦੇ ਵਿੱਚ 167 ਨੰਬਰ FIR ਉਸ ਕੇਸ ਦੇ ਵਿੱਚ ਜਿੱਥੇ ਪੱਤਰਕਾਰ ਨੂੰ ਜ਼ਮਾਨਤ ਮਿਲੀ ਹੈ ਉੱਥੇ ਹੀ SHO ਸੰਬੰਧਿਤ ਥਾਣੇ ਦਾ ਕੋਰਟ ਦੇ ਵਿੱਚ ਮਾਫੀ ਮੰਗਦਾ ਹੈ। ਕਿਉਂ ਮੰਗਦਾ? ਕਿਹੜੀ ਕੁਤਾਹੀ ਪੁਲਿਸ ਨੇ ਵਰਤੀ ਜਿਸ ਕਰਕੇ ਜਿਹੜਾ ਕੰਟੈਂਪਟ ਆਫ ਕੋਰਟ ਪੈਂਦਾ ਉਹਨਾਂ ਦੇ ਉੱਤੇ, ਔਰ ਪੁਲਿਸ ਨੇ ਕਿੱਥੇ ਅਣਗਹਿਲੀ ਵਰਤੀ, ਸਾਰੀ ਗੱਲਬਾਤ ਕਰਾਂਗੇ। ਕਿਉਂਕਿ ਇਸ ਕੇਸ ਦੀ ਪੱਤਰਕਾਰ ਰਜਿੰਦਰ ਸਿੰਘ ਤੱਗੜ ਵੱਲੋਂ ਵਕਾਲਤ ਕਰ ਰਹੇ ਸਨ ਸੀਨੀਅਰ ਐਡਵੋਕੇਟ RS ਬੈਂਸ ਤੇ ਉਹਨਾਂ ਦੀ ਟੀਮ ਦੇ ਨਾਲ ਸਾਥੀ ਐਡਵੋਕੇਟ ਨੇ ਅਮਨਿੰਦਰ ਸਿੰਘ ਸੇਖੋ, ਉਹ ਸਾਡੇ ਨਾਲ ਬੈਠੇ, ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ। ਸੇਖੋ ਸਾਹਿਬ, ਇਸ ਕੇਸ ਦੀ ਜਾਂ FIR ਦੀ ਪਹਿਲਾਂ ਤਾਂ ਪਿਛੋਕੜ ਦੱਸੋ ਕਿ FIR ਦਰਜ ਕਿਉਂ ਹੁੰਦੀ ਹੈ ਪੱਤਰਕਾਰ ਰਜਿੰਦਰ ਸਿੰਘ ਤੱਗੜ? FIR ਨੰਬਰ 167 ਦਰਜ ਹੁੰਦੀ ਹੈ ਜੀ 9/5/2024 ਨੂੰ ਪੁਲਿਸ ਸਟੇਸ਼ਨ ਜ਼ੀਰਕਪੁਰ ਦੇ ਵਿੱਚ 384 IPC ਥੱਲੇ। ਤਾਂ ਇਹਦੇ ਵਿੱਚ ਉਹਨਾਂ ਨੇ ਇਹ ਐਲੀਗੇਸ਼ਨ ਲਗਾਏ ਸੀਗੇ ਵੀ ਐਕਸਟੋਰਸ਼ਨ, ਵੀ ਨਿਊਜ਼ ਆਈਟਮਸ ਪਬਲਿਸ਼ ਕੀਤੀਆਂ ਸੀ ਐਕਸਟੋਰਸ਼ਨ ਕਰਨ ਦੀ ਖਾਤਰ। ਪੱਤਰਕਾਰ ਖਬਰਾਂ ਤਾਂ ਲਗਾ ਰਿਹਾ ਕਿਉਂਕਿ ਇਹਦੇ ਬਦਲੇ ਪੈਸੇ ਭਾਲਦਾ। ਇਹ ਉਹਨਾਂ ਨੇ ਐਲੀਗੇਸ਼ਨ ਲਗਾਏ ਸੀਗੇ FIR ਦੇ ਵਿੱਚ ਸਰ। ਤਾਂ ਉਹਦੇ ਵਿੱਚ ਸਰ ਰਜਿੰਦਰ ਸਿੰਘ ਤੱਗੜ ਜੀ ਦੀ ਅਰੈਸਟ ਪੈ ਜਾਂਦੀ ਹੈ। ਅਰੈਸਟ ਪੈਣ ਤੋਂ ਬਾਅਦ ਫਿਰ ਸਰ ਰਜਿੰਦਰ ਸਿੰਘ ਤੱਗੜ ਜੀ ਨੇ ਬੇਲ ਅਪਲਾਈ ਕੀਤੀ ਸੀ ਆਨਰੇਬਲ ਹਾਈ ਕੋਰਟ ਦੇ ਵਿੱਚ। ਤਾਂ 1/7/2024 ਨੂੰ ਉਹਨਾਂ ਨੂੰ ਇੰਟਰਮ ਬੇਲ ਮਿਲ ਜਾਂਦੀ ਹੈ ਇਸ ਕੇਸ ਦੇ ਵਿੱਚ। ਤਾਂ ਉਦੋਂ ਜਦੋਂ ਉਹਨਾਂ ਨੂੰ ਇੰਟਰਮ ਬੇਲ ਮਿਲਦੀ ਹੈ ਤਾਂ ਉਦੋਂ ਇਹ ਗੱਲ ਨੋਟਿਸ 'ਚ ਆਨਰੇਬਲ ਕੋਰਟ ਦੇ ਨਹੀਂ ਲਿਆਈ ਜਾਂਦੀ ਗੱਲ ਵੀ 120B IPC ਦਾ ਵੀ ਵਾਧਾ ਜੁਰਮ ਕਰ ਦਿੱਤਾ ਗਿਆ, ਜੋ ਕਿ 120B IPC ਦਾ ਵਾਧਾ ਜੁਰਮ ਉਹ ਅਵਤਾਰ ਸਿੰਘ ਨਾਗਲਾ ਜੀ ਇੱਕ ਦੋਸ਼ੀ ਹੈਗੇ ਆ ਇਸ ਕੇਸ ਦੇ ਵਿੱਚ, ਤੇ ਇੱਕ ਪਟਵਾਰੀ ਸਾਹਿਬ ਹੈ, ਉਹਨਾਂ ਨੂੰ ਨਾਮਜ਼ਦ ਕਰਨ ਵਾਸਤੇ ਉਹਨਾਂ ਦੇ ਬਾਬਤ ਇਹ 120B ਦਾ offense ਐਡ ਹੋਇਆ ਸੀਗਾ। ਤਾਂ ਜੇਲ੍ਹ ਦੇ ਵਿੱਚ ਜਦੋਂ ਰਿਲੀਜ਼ ਵਾਰੰਟ ਜਾਂਦੇ ਆ ਤਾਂ ਰਿਲੀਜ਼ ਵਾਰੰਟਾਂ ਦੇ ਉੱਤੇ ਆਬਜੈਕਸ਼ਨ ਲੱਗ ਜਾਂਦਾ ਹੈ ਵੀ 120B IPC ਦਾ ਵਾਧਾ ਜੁਰਮ ਹੋ ਚੁੱਕਿਆ, ਜੋ ਕਿ ਰਜਿੰਦਰ ਸਿੰਘ ਤੱਗੜ ਜੀ ਦੀ ਨੌਲੇਜ ਦੇ ਵਿੱਚ ਨਹੀਂ ਸੀਗਾ, ਕਿਉਂਕਿ ਉਹਨਾਂ ਦੀ ਜਦੋਂ ਅਰੈਸਟ ਪਈ ਤਾਂ ਉਦੋਂ ਕੱਲੀ ਜਿਹੜੀ ਹੈਗੀ 384 IPC ਦੀ ਧਾਰਾ ਥੱਲੇ ਉਹਨਾਂ ਦੀ ਅਰੈਸਟ ਪਈ ਸੀ। ਤੇ ਜਦੋਂ ਫਿਰ ਇੱਕ ਵਾਰੀ ਉਹਨਾਂ ਦੇ ਜਦੋਂ ਜ਼ਮਾਨਤ ਲੱਗਦੀ ਹੈ ਤੇ ਉਹ ਵਿੱਚ ਬ੍ਰੇਕ ਲੱਗਦੀ ਹੈ, ਆਬਜੈਕਸ਼ਨ ਆ ਜਾਂਦਾ ਹੈ, ਆਬਜੈਕਸ਼ਨ ਤੋਂ ਬਾਅਦ ਫਿਰ ਕੀ ਰਸਤਾ ਲੱਗਦਾ? ਉਦੋਂ ਬਾਅਦ ਜਦੋਂ ਆਬਜੈਕਸ਼ਨ ਲੱਗਦੀ ਹੈ ਤਾਂ ਅਸੀਂ ਐਪਲੀਕੇਸ਼ਨ ਮੂਵ ਕਰਦੇ ਹਾਂ CRM ਦੇ ਰੂਪ ਦੇ ਵਿੱਚ ਆਨਰੇਬਲ ਹਾਈ ਕੋਰਟ ਦੇ ਵਿੱਚ। ਤਾਂ ਉਹਦੇ ਵਿੱਚ ਫॉर ਐਡਿੰਗ ਦਾ offense ਅੰਡਰ ਸੈਕਸ਼ਨ 120B IPC, ਜੋ ਕਿ 20 ਸਤੰਬਰ 2024 ਨੂੰ ਸੁਣਵਾਈ ਵਾਸਤੇ ਆਉਂਦੀ ਹੈ ਜੱਜ ਸਾਹਿਬ ਦੇ। ਤਾਂ ਉਹਦੇ ਵਿੱਚ ਜੱਜ ਸਾਹਿਬ ਨੇ ਇਹ ਕਲੈਰੀਫਿਕੇਸ਼ਨ ਮੰਗੀ ਸੰਬੰਧਿਤ SHO ਸੀਗੇ ਜਿਹੜੇ ਉਦੋਂ ਜਸਕਵਲ ਸਿੰਘ ਜੀ ਵੀ ਤੁਸੀਂ ਜਦੋਂ ਕੋਰਟ ਨੂੰ ਕਿਉਂ ਨਹੀਂ ਇਨਫੋਰਮ ਕੀਤਾ 20 ਸਤੰਬਰ ਨੂੰ ਵੀ ਜਦੋਂ ਅਸੀਂ 1 ਜੁਲਾਈ 2024 ਨੂੰ ਇਹ ਆਰਡਰ ਪਾਸ ਕਰ ਰਹੇ ਸੀਗੇ ਵੀ ਇੰਟਰਮ ਬੇਲ ਦਾ, ਤਾਂ ਉਦੋਂ 120B ਧਾਰਾ ਵੀ ਐਡ ਹੋ ਚੁੱਕੀ ਹੈ। ਤਾਂ ਉਹ ਧਾਰਾ ਜਿਹੜੀ ਹੈਗੀ ਉਹ 31/6/2024 ਨੂੰ ਐਡ ਹੋਈ ਸੀ, ਤਾਂ ਉਹਦਾ ਖੁਲਾਸਾ ਕਿਉਂ ਨਹੀਂ ਕੀਤਾ ਗਿਆ ਆਨਰੇਬਲ ਕੋਰਟ ਦੇ ਵਿੱਚ ਕਿ ਇਹ ਵਿਦਹੈਲਡ ਦਾ ਮਟੀਰੀਅਲ ਇਨਫੋਰਮੇਸ਼ਨ ਫਰੋਮ ਦਾ ਕੋਰਟ ਦੇ ਤਹਿਤ ਕੰਟੈਂਪਟ ਆਫ ਕੋਰਟ ਦੇ ਫੋਰਸਕੇਅਰ ਦੇ ਵਿੱਚ ਆਉਂਦਾ ਹੈ ਕਿ ਨਹੀਂ ਆਉਂਦਾ। ਇਸ ਕਰਕੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਸੀ ਤੇ ਉਹਦੀ ਬਾਬਤ ਜਿਹੜੇ ਹੈਗੇ ਆ SHO ਸਾਹਿਬ ਨੇ ਆਪਦਾ ਐਫੀਡੇਵਿਟ ਜਿਹੜਾ ਹੈਗਾ ਉਹ ਆਨਰੇਬਲ ਕੋਰਟ ਦੇ ਵਿੱਚ ਫਾਈਲ ਕੀਤਾ। ਤਾਂ ਜਿਸ ਦੇ ਤਹਿਤ ਉਹ ਜੱਜ ਸਾਹਿਬ ਨੇ ਐਫੀਡੇਵਿਟ ਨੂੰ ਵਾਚਦੇ ਹੋਏ ਤਾਂ ਫਿਰ ਉਦੋਂ ਬਾਅਦ ਰਜਿੰਦਰ ਸਿੰਘ ਤੱਗੜ ਜੀ ਦੀ ਜਿਹੜੀ ਫਾਈਨਲ ਬੇਲ ਕਰ ਦਿੱਤੀ। ਜਦੋਂ ਇਹ ਇੰਨੀ ਵੱਡੀ ਅਣਗਹਿਲੀਆਂ ਹੋ ਰਹੀਆਂ ਸੀ ਕਿ ਬਿਨਾਂ ਸੂਚਨਾ ਹੀ ਨਹੀਂ ਦਿੱਤੀ ਗਈ, ਜਿਹੜਾ ਇਸ ਕੇਸ ਦੇ ਵਿੱਚ ਮੁਲਜ਼ਮ ਬਣਾਇਆ ਗਿਆ, ਪੱਤਰਕਾਰ ਨੂੰ ਤਾਂ ਦੱਸਣਾ ਦੂਰ ਦੀ ਗੱਲ, ਕੋਰਟ ਤੋਂ ਵੀ ਓਹਲਾ ਰੱਖਿਆ ਗਿਆ। ਤੇ ਫਿਰ ਜਦੋਂ SHO ਪੇਸ਼ ਹੁੰਦੇ ਆ ਕੋਰਟ ਦੇ ਵਿੱਚ ਉਸ ਸਮੇਂ ਤੁਹਾਡੇ ਸਾਹਮਣੇ ਕੀ ਹੋਇਆ ਕਿ ਜੱਜ ਸਾਹਿਬ ਨੇ
ਜਿਹੜਾ ਪੁਲਿਸ ਵਾਲਾ ਸੀ SHO ਸੀ ਉਸਨੇ ਕੀ ਕਿਹਾ ਉੱਥੇ ਸਾਹਮਣੇ ਜਦੋਂ ਦਲੀਲਾਂ ਚੱਲ ਰਹੀਆਂ ਸੀ ਜਾਂ ਸੁਣਵਾਈ ਹੋ ਰਹੀ ਸੀ? ਤਾਂ ਉੱਥੇ ਜੱਜ ਸਾਹਿਬ ਨੇ ਉਹਨਾਂ ਤੋਂ ਕਲੈਰੀਫਿਕੇਸ਼ਨ ਮੰਗੀ ਸੀ ਵੀ ਇਹ ਇਨਫੋਰਮੇਸ਼ਨ ਜਿਹੜੀ ਹੈ ਇਹ ਦੱਸਣਾ ਤਾਂ, ਕਿਉਂਕਿ ਸਟੇਟ ਦਾ ਫਰਜ਼ ਹੈ ਹਰੇਕ ਇਨਫੋਰਮੇਸ਼ਨ ਜੋ ਵੀ ਕੋਈ ਕੇਸ ਦੇ ਨਾਲ ਰਿਲੇਟਡ ਹੈ ਤਾਂ ਉਹਦਾ ਆਨਰੇਬਲ ਕੋਰਟ ਨੂੰ ਉਹਨੂੰ ਨੋਟਿਸ 'ਚ ਲਿਆਉਣਾ ਜਿਹੜਾ ਹੈਗਾ ਸਟੇਟ ਦਾ ਫਰਜ਼ ਹੈ। ਤਾਂ ਇਹ ਜੇ ਇਨਫੋਰਮੇਸ਼ਨ ਜੇ ਵਿਦਹੈਲਡ ਕੀਤੀ ਜਾਂਦੀ ਹੈ ਤਾਂ ਇਹ ਕਿਤੇ ਨਾ ਕਿਤੇ ਹਾਈਡ ਐਂਡ ਸੀਕ ਕੀਤੀ ਜਾ ਰਹੀ ਹੈ ਆਨਰੇਬਲ ਕੋਰਟ ਦੇ ਨਾਲ, ਜੋ ਕਿ ਸਰਾਸਰ ਗਲਤ ਹੈ। ਤੇ ਇਸ ਦੀ ਬਾਬਤ ਫਿਰ SHO ਸਾਹਿਬ ਨੇ ਆਨਰੇਬਲ ਕੋਰਟ ਦੇ ਵਿੱਚ ਸਮਾਂ ਮੰਗਿਆ ਸੀ ਵੀ ਜੀ ਮੈਂ ਇਹਦੀ ਕਲੈਰੀਫਿਕੇਸ਼ਨ ਦੇ ਦਿੰਦਾ ਅੱਗੇ। ਇਸ ਕੇਸ ਦੇ ਵਿੱਚ ਕਿਉਂਕਿ ਇੱਕ ਗੱਲ ਇਹ ਪਤਾ ਲੱਗ ਰਹੀ ਹੈ ਕਿ SHO ਨੇ ਇਸ ਕੇਸ ਦੇ ਵਿੱਚ ਹੁਣ ਮਾਫੀ ਮੰਗ ਲਈ ਹੈ ਕੋਰਟ ਤੋਂ। ਉਹਨਾਂ ਨੇ ਐਫੀਡੇਵਿਟ ਦੇ ਰੂਪ ਦੇ ਵਿੱਚ ਆਨਰੇਬਲ ਕੋਰਟ ਨੂੰ ਸਰ ਆਪਦਾ ਸਪਸ਼ਟੀਕਰਨ ਦੇਤਾ ਤੇ ਜਿਸ ਜੋ ਸਪਸ਼ਟੀਕਰਨ ਨੂੰ ਵਾਜਦੇ ਹੋਏ ਆਨਰੇਬਲ ਕੋਰਟ ਨੇ ਸਾਡੀ ਜਿਹੜੀ ਹੈਗੀ ਹੈ ਬੇਲ ਉਹ ਕਨਫਰਮ ਕਰਤੀ ਜੀ। ਤਾਂ ਇਸ ਕੇਸ ਦੇ ਵਿੱਚ ਕੋਈ ਸੀਨੀਅਰ ਅਧਿਕਾਰੀ ਕਿਉਂਕਿ ਇਸ ਵਿੱਚ ਜ਼ਿੰਮੇਵਾਰ ਪਾਇਆ ਗਿਆ ਕਿ ਨਹੀਂ ਪਾਇਆ ਗਿਆ, ਕਿ SHO ਲੈਵਲ ਤੱਕ ਦਾ ਸੀ ਜਾਂ ਇਸ ਦੇ ਵਿੱਚ ਕੋਈ ਹੋਰ ਅਧਿਕਾਰੀ ਵੀ ਸੀ ਜਿਸ ਨੇ ਸੂਚਨਾ ਨਹੀਂ ਦਿੱਤੀ ਕਿ ਉਹ ਵੀ ਜ਼ਿੰਮੇਵਾਰ ਹੈ? ਇਹਦੇ ਬਾਰੇ ਸਰ ਫਰਦਰ ਹੁਣ ਜੋ ਵੇਖਾਂਗੇ ਰਿਕਾਰਡ ਵੇਖ ਕੇ ਤਾਂ ਫਿਰ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿਆਂਗੇ। ਹਜੇ ਆਨਰੇਬਲ ਕੋਰਟ ਦੇ ਆਰਡਰ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਸਾਹਮਣੇ, ਕਿਉਂਕਿ ਪੱਤਰਕਾਰ ਦੇ ਉੱਤੇ ਲਗਾਤਾਰ ਜਿਹੜੇ 4 ਪਰਚੇ ਹੁੰਦੇ ਨੇ ਦਰਜ ਹੁੰਦੇ ਨੇ, ਉਸ ਦੇ ਵਿੱਚੋਂ ਇੱਕ ਪਰਚਾ ਇਹ ਵੀ ਹੈ। ਤਾਂ ਉਦੋਂ ਇਹ ਵੀ ਇੱਕ ਦਲੀਲ ਦਿੱਤੀ ਗਈ ਸੀ ਕਿ ਇਹਨਾਂ ਨੂੰ ਜ਼ਮਾਨਤ ਮਿਲਣੀ ਨਹੀਂ ਚਾਹੀਦੀ ਕਿਉਂਕਿ ਇਹ ਇੱਕ ਹੋਰ ਕੇਸ ਦੇ ਵਿੱਚ ਵੀ ਫਸੇ ਹੋਏ ਆ, ਇਸ ਕਰਕੇ ਜ਼ਮਾਨਤ ਨਹੀਂ ਦੇਣੀ ਚਾਹੀਦੀ। ਕੋਰਟ ਨੂੰ ਇਹ ਵੀ ਕਿਹਾ ਗਿਆ। ਹਾਂਜੀ, ਨੈਚੁਰਲੀ ਉਹਨਾਂ ਨੇ ਆਖਿਆ ਸੀਗਾ, ਸਟੇਟ ਕੌਂਸਲ ਨੇ ਵੀ ਆਖਿਆ ਸੀ, ਪ੍ਰਾਈਵੇਟ ਕੌਂਸਲ ਵੀ ਇੰਗੇਜ ਕੀਤੇ ਗਏ ਸੀਗੇ ਕੰਪਲੇਨੈਂਟ ਵੱਲੋਂ, ਉਹਨਾਂ ਨੇ ਵੀ ਇਹ ਗੱਲ ਆਨਰੇਬਲ ਕੋਰਟ ਦੇ ਸਾਹਮਣੇ ਰੱਖੀ ਸੀ। ਕਿਹਾ ਸੀ ਤਾਂ ਆਨਰੇਬਲ ਕੋਰਟ ਨੇ ਜਿਹੜਾ ਹੈਗਾ ਇਹ ਆਖਿਆ ਸੀ ਵੀ ਜਿਹੜਾ ਕੋਈ ਡਿਫਰੈਂਟ FIRs ਹੈ ਹਰੇਕ ਕੇਸ ਦਾ ਉਹਦੇ ਫੈਕਟਸ ਦੇ ਉੱਤੇ ਡਿਸਾਈਡ ਹੋਣਾ। ਆਪਣੇ ਕੋਲੇ ਜੋ ਕੇਸ ਹੈ ਇਸ ਕੇਸ ਦੇ ਬਾਰੇ ਆਪਾਂ ਬਹਿਸ ਕਰਨੀ ਹੈ, ਇਸ ਕੇਸ ਦੇ ਬਾਰੇ ਆਪਾਂ ਪੇਸ਼ ਕਰਨਾ ਰਿਕਾਰਡ। ਮਤਲਬ ਇਸ ਕੇਸ ਦੇ ਵਿੱਚ ਕਿਉਂਕਿ ਪੱਤਰਕਾਰ ਵੱਲੋਂ ਜਿਹੜਾ ਮੁਲਜ਼ਮ ਸੀ, ਪੀੜਤ ਸੀ, ਉਸਨੇ ਤਾਂ ਇਹ ਆਖਿਆ ਕਿ ਮੇਰੇ ਖਿਲਾਫ ਇਹ ਝੂਠਾ ਪਰਚਾ ਹੈ। ਤਾਂ ਹੁਣ ਇਸ ਦੇ ਵਿੱਚ ਜਿਹੜੇ ਫੈਕਟ ਆਏ ਆ, ਨਿਕਲ ਕੇ ਸਾਹਮਣੇ ਆਇਆ, ਤੁਸੀਂ ਵਕਾਲਤ ਕੀਤੀ ਹੈ, ਬੈਂਸ ਸਾਹਿਬ ਨਾਲ ਸੀ ਤੁਹਾਡੇ, ਤਾਂ ਇਸ ਕੇਸ ਦੇ ਵਿੱਚ ਕੀ ਵਾਕਈ ਮੰਨ ਲਿਆ ਜਾਵੇ? ਕਿਉਂਕਿ ਲੋਕ ਜਾਣਨਾ ਚਾਹੁੰਦੇ ਆ ਕਿ ਪੱਤਰਕਾਰ ਜਿਨ੍ਹਾਂ ਦੀਆਂ ਅਸੀਂ ਖਬਰਾਂ ਸੁਣਦੇ ਆ ਉਹਨਾਂ ਤੇ ਯਕੀਨ ਕਰੀਏ ਵੀ ਕਿ ਨਾ ਕਰੀਏ, ਕਿਤੇ ਬੰਦਾ ਵਾਕਈ ਤਾਂ ਨਹੀਂ ਇਸ ਤਰ੍ਹਾਂ ਖਬਰਾਂ ਲਾ ਕੇ ਫਰੌਤੀ ਦੇ ਪੈਸੇ ਲੈਂਦਾ, ਤਾਂ ਕੀ ਯਕੀਨ ਕੀਤਾ ਜਾ ਸਕਦਾ ਪੱਤਰਕਾਰ? ਇਹ ਇੱਕ ਕਾਰਡੀਨਲ ਪ੍ਰਿੰਸੀਪਲ ਆਫ ਲਾਅ ਹੈ ਸਰ। a person is presumed innocent until proved guilty by court of law। ਸੋ ਜਦੋਂ ਆਨਰੇਬਲ ਕੋਰਟ 'ਚ ਕੇਸ ਚੱਲਦਾ ਤਾਂ ਐਵੀਡੈਂਸ ਦੇ ਰੂਪ ਦੇ ਵਿੱਚ ਲੈ ਕੇ ਆਉਣਗੇ, ਪ੍ਰੋਸੀਕਿਊਸ਼ਨ ਆਪਦੀ ਸਟੋਰੀ ਪੇਸ਼ ਕਰਨਗੇ, ਉਹਨੂੰ ਸਾਬਤ ਕਰਨਗੇ ਉਹ। ਤਾਂ ਜੋ ਸਾਬਤ ਹੋਊਗਾ ਤਾਂ ਫੇਰ ਹੀ ਇਹ ਸਾਬਤ ਹੋਊਗਾ ਵੀ ਹੀ ਵਾਸ ਗਿਲਟੀ ਆਫ ਦਾ ਅਫੈਂਸ। ਸੋ ਹਜੇ ਤੱਕ ਤਾਂ ਹੀ ਇਜ਼ ਪ੍ਰਜ਼ਿਊਮਡ ਇਨੋਸੈਂਟ, ਕੇਸ ਇਜ਼ ਅੰਡਰ ਟ੍ਰਾਇਲ। ਕਿਉਂਕਿ ਆਮ ਤੌਰ ਦੇ ਉੱਤੇ ਜਦੋਂ ਪਰਚਾ ਦਰਜ ਹੋ ਜਾਂਦਾ ਤੇ ਪਬਲਿਕ ਪਰਸੈਪਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸ਼ਾਇਦ ਇਹ ਬੰਦੇ ਵਾਕਈ ਗਲਤ ਸੀ ਜਿਨ੍ਹਾਂ ਦੇ ਖਿਲਾਫ ਪਰਚਾ ਦਰਜ ਹੋਇਆ। ਇਸ ਕਰਕੇ ਮੈਂ ਜਾਣਨਾ ਚਾਹੁੰਦਾ ਕਿ ਫੈਕਟ ਹੁਣ ਤੱਕ ਦੇ ਕੇਸ 'ਚ ਕੀ ਕਹਿੰਦੇ ਆ, ਵਾਕਈ ਝੂਠਾ ਪਰਚਾ ਸੀ? ਕੇਸ ਦੇ ਵਿੱਚ ਸਰ ਐਜ਼ ਪਰ ਐਵੀਡੈਂਸ ਜਿਹੜਾ ਹੈਗਾ, ਐਵੀਡੈਂਸ ਦੇ ਵਿੱਚ ਕੋਈ ਵੀ ਠੋਸ ਸਬੂਤ ਸਾਡੇ ਸਾਹਮਣੇ ਤਾਂ ਨਹੀਂ ਆਏ ਜਿਨ੍ਹਾਂ ਤੋਂ ਕੋਈ ਪ੍ਰਾਈਮਾ ਫੇਸਾਈ ਕੇਸ ਵੀ ਬਣ ਸਕਦਾ ਹੋਵੇ। ਇਸ ਕੇਸ ਦੇ ਵਿੱਚ ਕਿਸੇ ਤਰ੍ਹਾਂ ਦੀ ਰਿਕਾਰਡਿੰਗ ਦਾ ਐਵੀਡੈਂਸ ਹੈ ਜਿਹਦੇ ਵਿੱਚ ਪੱਤਰਕਾਰ ਵਾਕਈ ਖਬਰ ਦੇ ਬਦਲੇ ਪੈਸੇ ਮੰਗ ਰਿਹਾ ਸੀ, ਕੋਈ ਪੇਸ਼ ਕੀਤਾ ਗਿਆ? ਇਹਦੇ ਬਾਰੇ ਸਰ ਕੋਈ ਵੀ ਰਿਕਾਰਡ ਦੇ ਉੱਤੇ ਕੋਈ ਵੀ ਰਿਕਾਰਡ ਮੇਰੇ ਸਾਹਮਣੇ ਨਿਗਾਹ ਦੇ ਵਿੱਚ ਨਹੀਂ ਆਇਆ ਹੈਗਾ। ਫਾਈਲ ਦੇ ਉੱਤੇ ਮੇਰੇ ਸਾਹਮਣੇ ਹਜੇ ਤੱਕ ਇਹੋ ਜਿਹਾ ਕੋਈ ਵੀ ਸਬੂਤ ਸਾਹਮਣੇ ਨਹੀਂ ਆਇਆ ਜਿੱਥੋਂ ਇਹ ਗੱਲ ਕਹੀ ਜਾ ਸਕੇ। ਤਾਂ ਅਖੀਰ ਦੇ ਵਿੱਚ ਮੇਰਾ ਇੱਕੋ ਹੀ ਸਵਾਲ ਹੈ ਕਿ ਹੁਣ ਇਸ ਕੇਸ ਦੇ ਵਿੱਚ ਅਗਲੀ ਸੁਣਵਾਈ ਕਦੋਂ ਹੋਣੀ ਹੈ, ਜਾਂ ਇਸ ਬਾਰੇ ਆਰਡਰ ਆਏਗਾ ਉਦੋਂ ਪਤਾ ਲੱਗੇਗਾ? ਹੁਣ ਸਰ ਜਿਹੜਾ ਹੈਗਾ ਇਹਦੇ 'ਚ ਟ੍ਰਾਇਲ ਚੱਲੂਗਾ ਸਰ ਥੱਲੇ ਆਪਣਾ ਮੋਹਾਲੀ ਕੋਰਟਸ ਦੇ ਵਿੱਚ, ਤਾਂ ਉੱਥੋਂ ਫਿਰ ਟ੍ਰਾਇਲ ਚੱਲੂ, ਟ੍ਰਾਇਲ ਚਾਰਜ ਲੱਗੂ, ਚਾਰਜ ਤੋਂ ਬਾਅਦ ਐਵੀਡੈਂਸ ਆਊਗਾ ਸਰ, ਉਸ ਤੋਂ ਬਾਅਦ ਫਿਰ ਟ੍ਰਾਇਲ ਇਟ ਵਿਲ ਟੇਕ ਟਾਈਮ। ਸ਼ੁਕਰੀਆ ਜੀ, ਥੈਂਕ ਯੂ ਸਰ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਅਮਨਿੰਦਰ ਸਿੰਘ ਸੇਖੋਂ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ FIR ਨੰਬਰ 167 ਜਿਹੜੀ ਕਿ ਜ਼ੀਰਕਪੁਰ ਥਾਣੇ ਵਿੱਚ ਹੋਈ, SHO ਜਸਕਮਲ ਸਿੰਘ ਦਾਅਵਾ ਕੀਤਾ ਜਾ ਰਿਹਾ ਕਿ ਵਾਕਈ ਉਸਨੇ ਅਣਗਹਿਲੀ ਕੀਤੀ ਸੀ ਜਿਸ ਦੇ ਕਰਕੇ ਹੁਣ ਉਹ ਮਾਫੀ ਮੰਗ ਗਿਆ। ਤਾਂ ਹੁਣ ਇਸ ਕੇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਸੰਭਾਵਨਾਵਾਂ ਨੇ ਔਰ ਕੌਣ ਕਿੰਨਾ ਗਲਤ ਸੀ, ਕਿ ਵਾਕਈ ਇਮੇਜ ਨੂੰ ਡੈਮੇਜ ਕਰਨ ਦੇ ਲਈ ਇਹ ਪਰਚਾ ਪਾਇਆ ਗਿਆ ਸੀ, ਇਹ ਸਾਰੀਆਂ ਗੱਲਾਂ ਹੌਲੀ ਹੌਲੀ ਕਰਕੇ ਇਸ ਦੇ ਭੇਤ ਜਿਹੜੇ ਆ ਉਹ ਖੁੱਲ੍ਹਦੇ ਦਿਖਾਈ ਦੇ ਰਹੇ ਨੇ। ਫਿਲਹਾਲ ਇਸ ਜਾਣਕਾਰੀ ਵਿੱਚ ਇੰਨਾ ਹੀ। ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।